ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ। ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਆਪ ਜੀ ਦੇ ਨਾਲ ਤਕਰੀਬਨ ਰੋਜ਼ਾਨਾ ਹੀ ਮੁਖਾਤਿਬ ਹੁੰਦਾ ਹਾਂ ਔਰ ਕੋਸ਼ਿਸ਼ ਹੁੰਦੀ ਹੈ ਕਿ ਕੁਝ ਨਾ ਕੁਝ ਚਲੰਤ ਮਸਲਿਆਂ ਦੇ ਉੱਪਰ ਵੀ ਤੁਹਾਡੇ ਨਾਲ ਵਿਚਾਰ ਸਾਂਝੀ ਕੀਤੀ ਜਾਵੇ। ਬੇਸ਼ੱਕ ਕਿ ਕੁਝ ਮਸਲੇ ਐਸੇ ਵੀ ਹੁੰਦੇ ਨੇ ਜਿਨ੍ਹਾਂ ਦੇ ਲਿਖਤੀ ਤੌਰ ਦੇ ਉੱਪਰ ਲੇਖਾਂ ਦੇ ਵਿੱਚ, ਕਿਤਾਬਾਂ ਦੇ ਵਿੱਚ ਜਵਾਬ ਆ ਚੁੱਕੇ ਹੁੰਦੇ ਨੇ, ਪਰ ਸਾਡੀ ਅਜੋਕੀ ਪੀੜ੍ਹੀ ਦੀ ਪ੍ਰਵਿਰਤੀ ਕੁਛ ਇਸ ਤਰ੍ਹਾਂ ਦੀ ਬਣ ਚੁੱਕੀ ਹੈ ਕਿ ਪੜ੍ਹਨ ਵੱਲ ਜ਼ਿਆਦਾ ਧਿਆਨ ਨਹੀਂ ਹੈ ਅਤੇ ਉਹਨਾਂ ਦੀ ਵੀ ਕਿਤੇ ਨਾ ਕਿਤੇ ਲਾਲਸਾ ਇਹੀ ਹੁੰਦੀ ਹੈ ਕਿ ਜੇ ਕਿਤੇ ਕੌਮ ਦੇ ਉੱਪਰ ਕੋਈ ਬੌਧਿਕ ਹਮਲਾ ਹੋਇਆ ਹੈ ਤਾਂ ਉਹਦਾ ਜਵਾਬ ਸਾਨੂੰ ਕਿਸੇ ਲੈਕਚਰ ਦੇ ਵਿੱਚ, ਕਿਸੇ ਵਿਖਿਆਨ ਦੇ ਵਿੱਚ ਹੀ ਮਿਲ ਜਾਵੇ। ਸੋ ਜਿਸ ਬੌਧਿਕ ਹਮਲੇ ਦੀ ਤੁਹਾਡੇ ਨਾਲ ਅੱਜ ਗੱਲ ਕਰ ਲੱਗਾ ਹਾਂ, ਇਹ ਬੌਧਿਕ ਹਮਲਾ ਵੀ ਉਹਨਾਂ ਹਮਲਿਆਂ ਦੀ ਲੜੀ ਦੇ ਵਿੱਚ ਸਾਡੀ ਮਾਨਸਿਕਤਾ ਦੇ ਉੱਪਰ ਹਮਲਾ ਹੈ, ਜਿਹਦੇ ਬਾਰੇ ਮੈਂ ਪਹਿਲਾਂ ਵੀ ਇੱਕ ਵਿਖਿਆਨ ਦੇ ਵਿੱਚ ਤੁਹਾਡੇ ਨਾਲ ਇਹ ਗੱਲ ਸਾਂਝੀ ਕੀਤੀ ਸੀ ਕਿ ਕਿਤੇ ਨਾ ਕਿਤੇ ਸਾਡੀ ਕੌਮ ਦੀ ਮਾਨਸਿਕਤਾ ਦਾ ਜਿਹੜੇ ਸਾਡੇ ਜਜ਼ਬਾਤ ਨੇ, ਉਹਨਾਂ ਦਾ ਇੱਕ ਤਾਪਮਾਨ ਵੇਖਿਆ ਜਾਂਦਾ, ਬਾਰ-ਬਾਰ ਸਾਨੂੰ ਉਕਸਾਇਆ ਜਾਂਦਾ ਹੈ। ਅਤੇ ਕਈ ਵਾਰੀ ਇੰਝ ਹੁੰਦਾ ਹੈ ਕਿ ਜਦੋਂ ਇੱਕੋ ਹੀ ਕਿਰਿਆ ਬਾਰ-ਬਾਰ ਲਗਾਤਾਰ ਇਕਸਾਰਤਾ ਦੇ ਵਿੱਚ ਹੁੰਦੀ ਹੈ ਅਤੇ ਉਹਦੇ ਉੱਪਰ ਜਿਹੜੀ ਪ੍ਰਤੀਕਿਰਿਆ ਹੁੰਦੀ ਹੈ ਉਹਦਾ ਵੇਗ ਘੱਟ ਜਾਂਦਾ ਹੈ। ਮਿਸਾਲ ਦੇ ਤੌਰ 'ਤੇ ਜਦੋਂ ਬਾਰ-ਬਾਰ ਕੋਈ ਵੀ, ਜਦੋਂ RSS ਦਾ ਨਵਾਂ ਮੁਖੀ, ਸੰਘ ਦਾ ਨਵਾਂ ਮੁਖੀ ਜਦੋਂ ਆਪਣਾ ਅਹੁਦਾ ਸੰਭਾਲਦਾ ਹੈ ਤਾਂ ਉਹਦੇ ਪਹਿਲੇ ਸੰਦੇਸ਼ ਦੇ ਵਿੱਚ ਤਕਰੀਬਨ ਇਹੀ ਗੱਲ ਹੁੰਦੀ ਹੈ ਕਿ ਸਿੱਖ ਹਿੰਦੂ ਧਰਮ ਦਾ ਹਿੱਸਾ ਨੇ। ਸੋ ਜਦੋਂ ਪਹਿਲੀ ਵਾਰੀ ਰਜਿੰਦਰ ਸਿੰਘੋਂ ਨੇ, ਜਿਹਨੂੰ ਰੱਜੂ ਭਈਆ ਕਿਹਾ ਜਾਂਦਾ ਸੀ, ਜਦੋਂ ਉਸਨੇ ਕਿਹਾ ਸਾਡਾ ਪ੍ਰਤੀਕਰਮ ਬਹੁਤ ਜ਼ਿਆਦਾ ਰੋਸ ਦੇ ਵਿੱਚ ਸੀ, ਗੁੱਸੇ ਦੇ ਵਿੱਚ ਸੀ, ਉਸ ਤੋਂ ਬਾਅਦ ਦੂਸਰੇ ਨੇ ਕਿਹਾ, ਤੀਸਰੇ ਨੇ ਕਿਹਾ, ਹੋਇਆ ਕਿ ਉਹ ਤਾਂ ਲਗਾਤਾਰ ਸਾਡੀ ਇਸ ਕੌਮ ਦੀ ਵਿਲੱਖਣਤਾ ਦੇ ਉੱਪਰ ਟਿੱਪਣੀਆਂ ਕਰਦੇ ਰਹਿੰਦੇ ਨੇ, ਪਰ ਕਿਤੇ ਨਾ ਕਿਤੇ ਜਿਹੜੀ ਸਾਡੀ ਪ੍ਰਤੀਕਿਰਿਆ ਹੁੰਦੀ ਆ ਉਹਦੇ ਵਿੱਚ ਰੋਸ ਤੇ ਜਜ਼ਬਾ ਜਿਹੜਾ ਉਹ ਹੌਲੀ ਹੌਲੀ ਗਾਇਬ ਹੁੰਦਾ ਜਾ ਰਿਹਾ ਔਰ ਉਹ ਇਸ ਚੀਜ਼ ਦਾ ਬਾਰ-ਬਾਰ ਦੁਹਰਾ ਕਰ ਰਹੇ ਨੇ। ਅਤੇ ਹੁਣ ਜਿਹੜੀਆਂ ਸਮੱਸਿਆਵਾਂ ਸਾਡੇ ਸਾਹਮਣੇ ਨੇ, ਕਈ ਵਾਰੀ ਮੈਨੂੰ ਡਾਕਟਰ ਮੁਹੰਮਦ ਇਕਬਾਲ ਦਾ ਇੱਕ ਸ਼ੇਰ ਆ ਜਾਂਦਾ ਹੈ, ਇਹ ਮਿਸਰਾ ਲਿਖ ਦਿਆ ਕਿਸੀ ਸ਼ੌਖ ਨੇ ਮਹਿਰਾਬੇ ਮਸਜਿਦ ਪਰ ਕਿ ਨਾਦਾਂ ਝੁਕ ਗਏ ਸਿਜਦੋਂ ਮੇਂ ਜਬ ਵਕਤੇ ਕਯਾਮ ਆਇਆ। ਸੋ ਕਈ ਵਾਰੀ ਇੰਝ ਹੁੰਦਾ ਹੈ ਕਿ ਕੌਮ ਦੇ ਕੋਲ ਮੌਕੇ ਹੁੰਦੇ ਨੇ, ਸਾਧਨ ਹੁੰਦੇ ਨੇ ਔਰ ਅਜਿਹੇ ਜਿਹੜੇ ਬੌਧਿਕ ਅਤੇ ਮਾਨਸਿਕ ਹਮਲੇ ਹੁੰਦੇ ਨੇ, ਇਹਨਾਂ ਦਾ ਜਵਾਬ ਵੀ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਹੈ ਉਹ ਦਿੱਤਾ ਜਾ ਸਕਦਾ ਹੈ। ਸੋ ਹੁਣ ਜਿਹੜੇ ਮੈਂ ਹਮਲੇ ਦੀ ਗੱਲ ਕਰ ਲੱਗਾ ਹਾਂ, ਬੇਸ਼ੱਕ ਇਹ ਹਮਲਾ ਪੁਰਾਣਾ ਹੈ। ਪੁਰਾਣਾ ਇਸ ਕਰਕੇ ਹੈ ਕਿ ਤਕਰੀਬਨ ਅੱਜ ਤੋਂ 20 ਸਾਲ ਪਹਿਲਾਂ ਚੰਡੀਗੜ੍ਹ ਦੀ ਇੱਕ ਸੰਸਥਾ ਸ਼੍ਰੀ ਬ੍ਰਾਹਮਣ ਸਭਾ ਵੱਲੋਂ ਇੱਕ ਇਸ਼ਤਿਹਾਰ ਜਿਹੜਾ ਛਪਵਾਇਆ ਗਿਆ ਸੀ, ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਸ਼ਹਾਦਤਾਂ ਪ੍ਰਾਪਤ ਕਰਨ ਵਾਲੇ ਗੁਰੂ ਕੇ ਲਾਲ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਬਾਰੇ ਗੁਰੂ ਸ਼ਬਦ ਕਰਕੇ ਸੰਬੋਧਿਤ ਹੋਇਆ ਗਿਆ ਸੀ ਅਤੇ ਲਿਖਿਆ ਸੀ ਸ਼੍ਰੀ ਗੁਰੂ ਮਤੀ ਦਾਸ ਸ਼ਰਮਾ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਹੁਣ ਫਿਰ ਉਸੇ ਤਰੀਕੇ ਦੇ ਨਾਲ, ਉਸੇ ਹੀ ਰੂਪ ਦੇ ਵਿੱਚ ਜਾਂ ਉਸੇ ਹੀ ਪ੍ਰਵਿਰਤੀ ਨੂੰ ਦਰਸਾਉਂਦੀਆਂ ਸੋਸ਼ਲ ਮੀਡੀਆ ਦੇ ਉੱਪਰ ਫਿਰ ਕੁਝ ਇਵੇਂ ਦੀਆਂ ਘਟੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਔਰ ਮੈਂ ਕੱਲ੍ਹ ਪਰਸੋਂ ਪੜ੍ਹ ਰਿਹਾ ਸੀ, ਜਿਸ ਕਰਕੇ ਇਹਦਾ ਜਵਾਬ ਦੇਣਾ ਜਿਹੜਾ ਸੀ ਉਹ ਜ਼ਰੂਰੀ ਮਹਿਸੂਸ ਹੋਇਆ ਕਿ ਇੱਕ ਕਿਸੇ ਗੈਰ ਸਿੱਖ ਨੇ ਤਾਂ ਇੱਥੋਂ ਤੱਕ ਵੀ ਲਿਖਿਆ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਪਹਿਲਾਂ ਸਾਡੇ ਸ਼੍ਰੀ ਗੁਰੂ ਮਤੀ ਦਾਸ ਸ਼ਰਮਾ ਅਤੇ ਸ਼੍ਰੀ ਗੁਰੂ ਸਤੀ ਦਾਸ ਸ਼ਰਮਾ ਨੇ ਸ਼ਹਾਦਤ ਪ੍ਰਾਪਤ ਕੀਤੀ। ਸੋ ਕਿਤੇ ਨਾ ਕਿਤੇ ਜਿੱਥੇ ਇਹ ਗੁਰੂ ਸਾਹਿਬ ਦੀ ਜਿਹੜੀ ਮਹਾਨ ਘਾਲਣਾ ਹੈ ਉਸ ਨੂੰ ਛਟਿਆਉਣ ਵਾਲੀ ਗੱਲ ਹੁੰਦੀ ਹੈ, ਉੱਥੇ ਦੂਜੇ ਪਾਸੇ ਅਹਿਮ ਨਿਸ਼ਾਨਾ ਇਹ ਹੁੰਦਾ ਹੈ ਕਿ ਜਿਹੜੇ ਗੁਰਸਿੱਖਾਂ ਦੀ ਗੱਲ ਕੀਤੀ ਜਾ ਰਹੀ ਹੈ, ਉਹ ਚਾਹੇ ਭਾਈ ਮਤੀ ਦਾਸ ਜੀ ਨੇ, ਚਾਹੇ ਭਾਈ ਸਤੀ ਦਾਸ ਜੀ ਨੇ, ਚਾਹੇ ਭਾਈ ਦਿਆਲਾ ਜੀ ਨੇ, ਚਾਹੇ ਉਹਨਾਂ ਦਾ ਪਰਿਵਾਰ ਹੈ, ਉਹ ਤਾਂ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਸਿੱਖੀ ਦੇ ਵਿੱਚ ਆ ਚੁੱਕਾ ਸੀ ਅਤੇ ਜਿਹੜੇ ਪਰਿਵਾਰ ਸਿੱਖੀ ਦੇ ਵਿੱਚ ਆ ਚੁੱਕੇ ਸੀ, ਅੱਜ ਉਹਨਾਂ ਨੂੰ ਫਿਰ ਬ੍ਰਾਹਮਣਵਾਦੀ ਕਹਿਣਾ ਮੇਰੇ ਖਿਆਲ ਦੇ ਨਾਲ ਇਸੇ ਤਰ੍ਹਾਂ ਜਿਸ ਤਰ੍ਹਾਂ ਅੱਜ ਕਿਸੇ ਮੁਸਲਮਾਨ ਨੂੰ ਕੋਈ ਇਹ ਗੱਲ ਕਵੇ ਕਿ ਤੁਸੀਂ ਤਾਂ ਈਸਾਈ ਹੋ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਿਸੇ ਵੀ ਖਿੱਤੇ ਦੇ ਵਿੱਚ ਜਿਹੜੀਆਂ ਕੋਈ ਰਸਮਾਂ, ਰਿਵਾਜ, ਮਰਿਆਦਾਵਾਂ ਅਤੇ ਧਰਮ ਪ੍ਰਚਲਿਤ ਹੁੰਦੇ ਨੇ, ਨਵੇਂ ਧਰਮ ਉਹਨਾਂ ਦੇ ਵਿੱਚੋਂ ਹੀ ਜਨਮ ਲੈਂਦੇ ਨੇ। ਇਸਲਾਮ ਕੁਰੈਸ਼ੀ ਈਸਾਈਆਂ ਦੇ ਵਿੱਚੋਂ ਹੀ ਪੈਦਾ ਹੋਇਆ, ਪਰ ਅੱਜ ਤੁਸੀਂ ਕਿਸੇ ਮੁਸਲਮਾਨ ਨੂੰ ਇਹ ਨਹੀਂ ਕਹਿ ਸਕਦੇ ਕਿ ਤੂੰ ਈਸਾਈ ਹੈ। ਔਰ ਇਸ ਗੱਲ ਦਾ ਜਵਾਬ ਭਾਈ ਕਾਹਨ ਸਿੰਘ ਨਾਭਾ ਨੇ ਆਪਣੀ ਕਿਤਾਬ ਹਮ ਹਿੰਦੂ ਨਹੀਂ ਦੇ ਵਿੱਚ ਬੜਾ ਬਖੂਬੀ ਦਿੱਤਾ ਸੀ ਕਿ ਦੁੱਧ ਤੋਂ ਬਾਅਦ ਮੱਖਣ ਅਤੇ ਮੱਖਣ ਤੋਂ ਬਾਅਦ ਜਦੋਂ ਘਿਓ ਤਿਆਰ ਹੋ ਜਾਂਦਾ ਹੈ ਅਤੇ ਘਿਓ ਨੂੰ ਮੁੜ ਕੇ ਦੁੱਧ ਨਹੀਂ ਕਿਹਾ ਜਾ ਸਕਦਾ।
ਸੋ ਇਹੀ ਤਰ੍ਹਾਂ ਦੇ ਨਾਲ ਮੇਰੇ ਖਿਆਲ ਦੇ ਨਾਲ ਸਾਨੂੰ ਵੀ ਇਹੀ ਗੱਲ ਸਮਝਣ ਦੀ ਤੇ ਸਮਝਾਉਣ ਦੀ ਲੋੜ ਹੈ ਕਿ ਠੀਕ ਹੈ ਕਿ ਕਿਸੇ ਵੀ ਖਿੱਤੇ ਦੇ ਵਿੱਚ ਜਿਹੜਾ ਪ੍ਰਚਲਿਤ ਮਾਨਤਾਵਾਂ, ਰੀਤੀ ਰਿਵਾਜਾਂ, ਰਸਮਾਂ ਤੇ ਮਰਿਆਦਾ ਦੇ ਨਾਲ ਜੁੜਿਆ ਇੱਕ ਮੱਤ ਹੁੰਦਾ ਹੈ। ਨਵਾਂ ਮੱਤ ਜਿਹੜਾ ਉਹਦੇ ਵਿੱਚ ਉਸ ਅਨੁਸਾਰਵਾਦੀ ਨਹੀਂ ਹੁੰਦਾ, ਸੁਧਾਰਵਾਦੀ ਹੁੰਦਾ ਹੈ। ਉਸੇ ਖਿੱਤੇ ਦੇ ਵਿੱਚ ਉਸੇ ਹੀ ਕਹਿ ਸਕਦੇ ਹੋ ਕਿ ਪਰੰਪਰਾ ਦੇ ਵਿੱਚੋਂ ਜਨਮ ਲੈਂਦਾ ਹੈ। ਪਰ ਜਦੋਂ ਉਹਦੀਆਂ ਨਵੀਆਂ ਪਰੰਪਰਾਵਾਂ, ਉਹਦੀ ਮਰਿਆਦਾ, ਉਹਦੀਆਂ ਰਹੁ ਰੀਤਾਂ, ਉਹਦੇ ਸੰਸਕਾਰ ਵੱਖਰੇ ਹੋ ਜਾਂਦੇ ਨੇ ਤੇ ਉਹ ਪੁਰਾਣੇ ਧਰਮ ਦਾ ਹਿੱਸਾ ਨਹੀਂ ਰਹਿ ਜਾਂਦਾ। ਇਸ ਕਰਕੇ ਬਾਰ-ਬਾਰ ਜਿਹੜੀ ਇਹ ਰੱਟ ਅਲਾਪੀ ਜਾਂਦੀ ਹੈ ਕਿ ਸਿੱਖ ਹਿੰਦੂ ਧਰਮ ਦਾ ਹਿੱਸਾ ਨੇ, ਇਸ ਨੂੰ ਬੰਦ ਕਰਨਾ ਚਾਹੀਦਾ। ਦੂਸਰੀ ਜਿਹੜੀ ਅਹਿਮ ਗੱਲ ਹੈ ਕਿ ਜਦੋਂ ਅਸੀਂ ਇਹਨਾਂ ਮਹਾਨ ਸ਼ਹੀਦਾਂ ਦੀ ਗੱਲ ਕਰਦੇ ਹਾਂ ਤਾਂ ਇਹ ਸਿੱਖ ਸ਼ਹੀਦ ਨੇ, ਔਰ ਇਹਨਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਇਹ ਜਿਹੜੇ ਵੀਰ ਅੱਜ ਇਵੇਂ ਦੀਆਂ ਪੋਸਟਾਂ ਪਾ ਕੇ ਸਾਡੇ ਜਜ਼ਬਾਤਾਂ ਨੂੰ ਭੜਕਾਉਂਦੇ ਨੇ ਤੇ ਉਹਨਾਂ ਨੂੰ ਇਤਿਹਾਸ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਜੇਕਰ ਅਸੀਂ ਭਾਈ ਮਤੀ ਦਾਸ ਜੀ ਦੇ ਔਰ ਭਾਈ ਸਤੀ ਦਾਸ ਜੀ ਜਿਹੜੇ ਦੋਵੇਂ ਭਰਾ ਨੇ ਤੇ ਹੀਰਾ ਮਲ ਜੀ ਦੇ ਸਪੁੱਤਰ ਨੇ, ਜੇਕਰ ਅਸੀਂ ਇਹਨਾਂ ਦੇ ਪਰਿਵਾਰ ਦੀ ਗੱਲ ਕਰੀਏ ਤੇ ਇਹਨਾਂ ਦੇ ਪੜਦਾਦਾ ਭਾਈ ਪਰਾਗਾ ਜੀ ਵੀ ਸ਼ਹੀਦ ਹੋਏ ਨੇ ਤੇ ਪੜਦਾਦੇ ਦਾ ਪਿਤਾ ਬਾਬਾ ਗੌਤਮ ਉਹ ਵੀ ਸ਼ਹੀਦ ਹੋਏ ਨੇ। ਸੋ ਇਸ ਪਰਿਵਾਰ ਦੀ ਜੇਕਰ ਗੱਲ ਕਰੋ ਤਾਂ ਇਹ ਪਰਿਵਾਰ ਤਾਂ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਸਿੱਖੀ ਦੇ ਵਿੱਚ ਆ ਚੁੱਕਾ ਸੀ। ਹੁਣ ਜੇਕਰ ਵੈਸੇ ਤਾਂ ਸਿੱਖ ਸਰੋਤਾਂ ਦੇ ਵਿੱਚ ਹੋਰ ਵੀ ਕਾਫੀ ਜ਼ਿਕਰ ਮਿਲਦਾ ਹੈ, ਪਰ ਫਿਰ ਵੀ ਮੈਂ ਤੁਹਾਡੇ ਨਾਲ ਇੱਕ ਗੱਲ ਹੋਰ ਕਰਾਂਗਾ ਕਿ ਇਸੇ ਹੀ ਪਰਿਵਾਰ ਦੇ ਬਾਰੇ ਇੱਕ ਕਿਤਾਬ PN ਬਾਲੀ ਦੀ ਲਿਖੀ ਮਹਾਲ ਹਿਸਟਰੀ ਹੈ, ਉਹਦੇ ਉੱਪਰ ਜ਼ਰੂਰ ਪੜ੍ਹ ਲਿਓ। ਪਰ ਫਿਰ ਵੀ ਜਿਹੜੇ ਲੋਕ ਸ਼੍ਰੀ ਗੁਰੂ ਮਤੀ ਦਾਸ ਸ਼ਰਮਾ ਤੇ ਸ਼੍ਰੀ ਗੁਰੂ ਸਤੀ ਦਾਸ ਸ਼ਰਮਾ ਲਿਖਦੇ ਨੇ, ਉਹਨਾਂ ਨੂੰ ਮੈਂ ਇੱਕ ਗੱਲ ਦਾ ਜਵਾਬ ਦੇ ਦੇਵਾਂ ਕਿ ਜੇਕਰ ਤੁਸੀਂ ਪਰਿਵਾਰਕ ਪਿਛੋਕੜ ਜਾਂ ਫਿਰ ਇਹਨਾਂ ਦੀ ਵੰਸ਼ ਪਰੰਪਰਾ ਨੂੰ ਵੇਖਣਾ ਤੇ ਇਹ ਛਿੱਬਰ ਬ੍ਰਾਹਮਣਾਂ ਦੇ ਵਿੱਚੋਂ ਸਨ। ਔਰ ਛਿੱਬਰ ਬ੍ਰਾਹਮਣ ਜਿਹੜੇ ਨੇ ਉਹ ਮੋਹਾਲ ਬ੍ਰਾਹਮਣਾਂ ਦੀ ਇੱਕ ਉਹ ਜਾਤੀ ਹੈ ਜਿਹੜੀ ਕਿਤੇ ਨਾ ਕਿਤੇ ਬਾਕੀ ਬ੍ਰਾਹਮਣਾਂ ਦੇ ਨਾਲੋਂ ਜੰਗਜੂ ਗਿਣੀ ਜਾਂਦੀ ਹੈ। ਇਸ ਕਰਕੇ ਜੰਗਜੂ ਗਿਣੀ ਜਾਂਦੀ ਹੈ ਕਿ ਪਹਿਲੀ ਗੱਲ ਤੇ ਜਿਹੜਾ ਇਹਨਾਂ ਦਾ ਪਿਤਰੀ ਖੇਤਰ ਹੈ ਉਹ ਅਫਗਾਨਿਸਤਾਨ, ਜੰਮੂ, ਪੰਜਾਬ ਤੇ ਜੇਲਮ ਦਾ ਕੰਢਾ, ਇਹ ਇਲਾਕੇ ਸੀ ਜਿੱਥੇ ਇਹਨਾਂ ਨੂੰ ਵੀ ਲਗਾਤਾਰ ਕਿਤੇ ਨਾ ਕਿਤੇ ਰੂਪ ਦੇ ਵਿੱਚ ਹਮਲਾਵਰਾਂ ਦਾ ਸਾਹਮਣਾ ਕਰਨਾ ਪਿਆ। ਦੂਸਰੀ ਗੱਲ ਹੈ ਇਹ ਜਿਹੜਾ ਆਪਣਾ ਪਿਛੋਕੜ ਨੇ ਉਹ ਰਾਜ ਪੁਰੋਹਿਤਾਂ ਦੇ ਨਾਲ ਜੋੜਦੇ ਨੇ। ਇਹ ਜਜਮਾਨੀ ਵਾਲਾ ਤੇ ਬ੍ਰਾਹਮਣ ਵਾਲਾ ਕੰਮ ਨਹੀਂ ਸੀ ਕਰਦੇ ਕਿ ਲੋਕਾਂ ਦੇ ਘਰਾਂ 'ਚੋਂ ਆ ਕੇ ਖੀਰ ਖਾਂਦੇ ਸੀ। ਸੋ ਇੱਕ ਗੱਲ ਤਾਂ ਇਹ ਹੈ ਕਿ ਇਹ ਜਿਹੜੇ ਬ੍ਰਾਹਮਣ ਨੇ ਇਹਨਾਂ ਦੀ ਕਹਿ ਸਕਦੇ ਹੋ ਕਿ ਵੱਖਰੀ ਸ਼ਾਖ ਹੈ। ਦੂਸਰੀ ਜਿਹੜੀ ਅਹਿਮ ਗੱਲ ਇਹ ਹੈ ਕਿ ਬਾਬਾ ਗੌਤਮ ਛਿੱਬਰ, ਜ਼ਿਲ੍ਹਾ ਜੇਹਲਮ, ਪਾਕਿਸਤਾਨ ਦੇ ਵਿੱਚ, ਪਿੰਡ ਹੈ ਕਰਿਆਲਾ, ਉੱਥੇ ਉਹਨਾਂ ਦੇ ਵਡੇਰੇ ਜਿਹੜੇ ਸੀ ਉਹ ਵੀ ਜੰਗਜੂ ਬਿਰਤੀ ਵਾਲੇ ਸੀ, ਥੋੜ੍ਹੇ ਖਾੜਕੂ ਸੁਭਾਅ ਵਾਲੇ ਸੀ। ਤੇ ਬਾਬਾ ਗੌਤਮ ਛਿੱਬਰ ਜਿਹੜੇ ਨੇ, ਜਿਨ੍ਹਾਂ ਨੂੰ ਕੁਝ ਸਰੋਤਾਂ ਦੇ ਵਿੱਚ ਗੌਤਮ ਰਾਮਦਾਸ ਵੀ ਲਿਖਿਆ ਗਿਆ ਹੈ, ਉਹਨਾਂ ਨੇ ਵੀ ਉਸ ਕਰਿਆਲਾ ਪਿੰਡ ਦੇ ਵਿੱਚ ਬਕਾਇਦਾ ਆਪਣਾ ਇੱਕ ਕਿਲ੍ਹਾ ਸਥਾਪਿਤ ਕੀਤਾ ਔਰ ਕੁਝ ਸਰੋਤਾਂ ਦੇ ਵਿੱਚ ਉਹਨਾਂ ਦੇ ਨਾਲ ਰਾਜਾ ਗੌਤਮ ਸ਼ਬਦ ਵੀ ਆਉਂਦਾ ਹੈ। ਸੋ ਗੁਰੂ ਨਾਨਕ ਸਾਹਿਬ ਦੇ ਸੰਪਰਕ ਦੇ ਵਿੱਚ ਆਏ, ਸਿੱਖੀ ਤੋਂ ਪ੍ਰਭਾਵਿਤ ਹੋਏ ਤੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਅਹਿਮ ਸੰਦੇਸ਼ ਹੈ, ਜੋ ਤੋ ਪ੍ਰੇਮ ਖਿਲਣ ਕਾ ਚਾਓ ਸਿਰ ਧਰ ਤਲੀ, ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੇ, ਸਿਰ ਦੀਜੇ ਕਾਣ ਨਾ ਕੀਜੇ। ਸੋ ਬਾਬਾ ਗੌਤਮ ਜੀ ਨੇ ਉਹਨੂੰ ਧਾਰਨ ਕੀਤਾ ਔਰ ਸਿੱਖ ਸਰੋਤਾਂ ਦੇ ਵਿੱਚ ਬਿਲਕੁਲ ਇਸ ਦਾ ਜ਼ਿਕਰ ਨਹੀਂ ਮਿਲਦਾ, ਪਰ PN ਬਾਲੀ ਵਾਲੀ ਕਿਤਾਬ ਦੀ ਜਿਹੜੀ ਹੈਗੀ ਆ ਉਹਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਬਾਬਾ ਗੌਤਮ ਛਿੱਬਰ ਹਮਲਾਵਰਾਂ ਨੂੰ ਉਹਨਾਂ ਨਾਲ ਬ੍ਰੈਕਟਡ ਲਿਖਿਆ ਕਿ ਹੋ ਸਕਦਾ ਬਾਬਰ ਦੀ ਫੌਜ ਹੋਵੇ, ਉਹਨੂੰ ਰੋਕਦੇ ਹੋਏ ਤੇ ਮੈਦਾਨੇ ਜੰਗ ਦੇ ਵਿੱਚ ਜੂਝਦੇ ਹੋਏ ਜਿਹੜੇ ਸੀ ਸ਼ਹੀਦ ਹੋਏ। ਇਹਦਾ ਮਤਲਬ ਬਾਬਾ ਗੌਤਮ ਵੀ ਸ਼ਹੀਦ ਹੋਏ। ਬਾਬਾ ਗੌਤਮ ਤੋਂ ਬਾਅਦ ਫਿਰ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ 3 ਬੱਚੇ ਨੇ, ਬੀਬੀ ਸੁਰਸਤੀ, ਭਾਈ ਪੈੜਾ ਜੀ ਤੇ ਭਾਈ ਪਰਾਗਾ ਜੀ। ਪਰਾਗਾ ਜੀ ਦਾ ਉਹਨਾਂ ਦੇ ਪਰਿਵਾਰ ਦੇ ਵਿੱਚ ਨਾਮ ਆਉਂਦਾ ਹੈ ਪਰਾਗ ਸੈਨ, ਔਰ ਕੁਝ ਸਰੋਤਾਂ ਦੇ ਵਿੱਚ ਜਿਹੜੇ ਉਹਨਾਂ ਦੇ ਪਰਿਵਾਰਕ ਸਰੋਤ ਨੇ ਉਹਨਾਂ ਦੇ ਵਿੱਚ ਨਾਮ ਆਉਂਦਾ ਰਾਜਾ ਪਰਾਗ ਸੈਨ। ਹੁਣ ਮੈਂ ਥੋੜ੍ਹਾ ਜਿਹਾ ਦੱਸ ਦੇਵਾਂ। ਬੀਬੀ ਸੁਰਸਤੀ ਇਹ ਜਿਹੜੀਆਂ ਮੋਹਾਲ ਬ੍ਰਾਹਮਣ ਦੀਆਂ ਮੁਖੀਆਂ ਨੇ, ਇਹਨਾਂ ਦੇ ਜਿਸ ਤਰ੍ਹਾਂ ਛਿੱਬਰ ਨੇ, ਭਾਰਦਵਾਜ ਨੇ, ਇਸੇ ਤਰ੍ਹਾਂ ਦੱਤ ਵੀ ਨੇ ਤੇ ਇਹਨਾਂ ਦੇ ਰਿਸ਼ਤੇ ਦੱਤ ਪਰਿਵਾਰਾਂ ਦੇ ਵਿੱਚ ਹੁੰਦੇ ਸੀ। ਤੇ ਜਿਹੜੀ ਬੀਬੀ ਸੁਰਸਤੀ ਹੈ ਇਹ ਅੜੂ ਰਾਮ ਦੱਤ ਜੀ ਦੇ ਨਾਲ ਵਿਆਹੀ ਹੋਈ ਸੀ, ਜਿਨ੍ਹਾਂ ਦਾ ਸਪੁੱਤਰ ਕਿਰਪਾ ਰਾਮ ਦੱਤ ਨਿਵਾਸੀ ਮੱਟਨ ਸ੍ਰੀ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਕਸ਼ਮੀਰੀ ਪੰਡਤਾਂ ਦੀ ਫਰਿਆਦ ਨੂੰ ਲੈ ਕੇ ਆਇਆ ਸੀ ਤੇ ਬਾਅਦ ਦੇ ਵਿੱਚ ਕਿਰਪਾ ਰਾਮ ਤੋਂ ਕਿਰਪਾ ਸਿੰਘ ਬਣ ਕੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਇਆ ਸੀ। ਸੋ ਇਹ ਇਹਨਾਂ ਦੀ ਬੇਟੀ ਦਾ ਪਰਿਵਾਰ ਹੈ। ਮੇਰਾ ਕਹਿਣ ਤੋਂ ਭਾਵ ਹੈ ਕਿ ਸ਼ਹੀਦ ਹੋਣ ਵਾਲੇ ਜਿਹੜੇ ਭਾਈ ਕਿਰਪਾ ਸਿੰਘ ਜੀ ਨੇ, ਜਿਹੜੇ ਕਿਰਪਾ ਰਾਮ ਦੱਤ ਸੀ ਪਹਿਲਾਂ, ਉਹਨਾਂ ਦੇ ਪਿਤਾ ਜਿਹੜੇ ਬਾਬਾ ਅੜੂ ਰਾਮ ਜੀ ਦੱਤ ਨੇ, ਉਹ ਬਾਬਾ ਗੌਤਮ ਛਿੱਬਰ ਦੇ ਜਵਾਈ ਨੇ। ਸੋ ਪਹਿਲੀ ਗੱਲ ਤੇ ਹੁਣ ਇਹਨਾਂ ਦੇ ਪਰਿਵਾਰ ਦੀ ਦੂਸਰੀ ਗੱਲ ਕਰੀਏ। ਦੂਸਰੇ ਦੇ ਵਿੱਚ ਜਿਹੜੇ ਨੇ
ਪ੍ਰਾਗ ਸੈਨ, ਜਿਸ ਨੂੰ ਭਾਈ ਪ੍ਰਾਗਾ ਜੀ ਦੇ ਨਾਮ ਦੇ ਨਾਲ ਸਿੱਖ ਇਤਿਹਾਸ ਦੇ ਵਿੱਚ ਜਾਣਿਆ ਜਾਂਦਾ ਹੈ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਜਿਸ ਵੇਲੇ ਚੰਦੂ ਦਾ ਲੜਕਾ, ਜਿਸ ਦਾ ਨਾਮ ਸਾਡੇ ਇਤਿਹਾਸ ਦੇ ਵਿੱਚ ਕਰਮਚੰਦ ਆਉਂਦਾ ਹੈ, ਚੰਦੂ ਦਾ ਭਰਾ ਰਤਨ ਚੰਦ, ਤੇ ਬਰਾਦਰੀ ਦੇ ਵਿੱਚੋਂ ਕੁੜਮ ਲੱਗਦਾ ਭਗਵਾਨ ਦਾਸ ਘੇਰੜ ਜਿਹੜਾ ਹੈ, ਉਹ ਰੋਹੀਲੇ ਦੇ ਸਥਾਨ ਦੇ ਉੱਪਰ ਗੁਰੂ ਹਰਗੋਬਿੰਦ ਸਾਹਿਬ ਦੇ ਉੱਪਰ ਹਮਲਾ ਕਰਦਾ ਹੈ, ਜਿਸ ਨੂੰ ਅੱਜ ਹਰਗੋਬਿੰਦਪੁਰ ਸਾਹਿਬ ਦੀ ਜੰਗ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਤੇ ਉਸ ਮੈਦਾਨੇ ਜੰਗ ਦੇ ਵਿੱਚ ਫੌਜ ਦੀ ਜਥੇਦਾਰੀ ਜਾਂ ਫੌਜ ਦੇ ਮੁਖੀ ਹੋਣ ਦੀ ਜਿਹੜੀ ਭੂਮਿਕਾ ਹੈ, ਉਹ ਬਾਬਾ ਗੌਤਮ ਛਿੱਬਰ ਦੇ ਪੁੱਤਰ ਭਾਈ ਪ੍ਰਾਗਾ ਜੀ ਨੇ ਨਿਭਾਈ ਸੀ, ਔਰ ਉਸੇ ਜੰਗ ਦੇ ਵਿੱਚ ਜੂਝਦੇ ਹੋਏ ਸ਼ਹੀਦ ਹੋਏ ਸੀ। ਅੱਗੋਂ ਭਾਈ ਪ੍ਰਾਗਾ ਜੀ ਦਾ ਬੇਟੇ ਸੀ ਦਵਾਰਕਾ ਦਾਸ ਜੀ, ਜਿਹੜੇ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਰਹੇ। ਤੇ ਬਾਬਾ ਦਵਾਰਕਾ ਜੀ ਦੇ ਅੱਗੋਂ ਫਿਰ 3 ਜਿਹੜੇ ਸੀਗੇ ਉਹ ਬੱਚੇ ਸੀ, ਜਿਨ੍ਹਾਂ ਦੇ ਵਿੱਚ ਬਾਬਾ ਕਬੂਲਾ ਜੀ, ਬਾਬਾ ਕਬੂਲਾ ਸੀ ਪੰਜਾਬੀ 'ਚ ਕਹਿ ਦਿੰਦੇ, ਪਰ ਉਹਨਾਂ ਦਾ ਪਰਿਵਾਰਕ ਨੇਮ ਬਾਬਾ ਕਬੂਲਾ ਹੈ। ਉਸ ਤੋਂ ਬਾਅਦ ਬਾਬਾ ਦਰਗਾਹ ਮਲ ਜੀ, ਤੇ ਬਾਬਾ ਦਰਗਾਹ ਮਲ ਤੋਂ ਬਾਅਦ ਬਾਬਾ ਹੀਰਾ ਮਲ ਜੀ। ਕੁਝ ਸਰੋਤਾਂ ਦੇ ਵਿੱਚ ਹੀਰਾ ਨੰਦ ਜੀ ਵੀ ਲਿਖਿਆ ਹੋਇਆ ਹੈ। ਹੁਣ ਜਿਹੜੇ ਪਹਿਲੇ ਨੇ ਬਾਬਾ ਕਬੂਲਾ ਜੀ, ਉਹਨਾਂ ਦੇ ਬਾਰੇ ਫਿਰ ਕਿਤੇ ਗੱਲ ਕਰਾਂਗੇ। ਦੂਸਰੇ ਜਿਹੜੇ ਬਾਬਾ ਦਰਗਾਹ ਮਲ ਜੀ ਨੇ, ਇਹ ਗੁਰੂ ਹਰ ਰਾਏ ਸਾਹਿਬ ਤੋਂ ਲੈ ਕੇ 10ਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਗੁਰੂ ਘਰ ਦੇ ਖਜ਼ਾਨਚੀ ਜਾਂ ਦੀਵਾਨ ਰਹੇ ਨੇ। ਉਸ ਤੋਂ ਬਾਅਦ ਉਹਨਾਂ ਦਾ ਬੇਟਾ ਅੰਮ੍ਰਿਤ ਛਕ ਕੇ ਧਰਮ ਸਿੰਘ ਬਣਿਆ, ਉਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਰਬਾਰ ਦੇ ਵਿੱਚ ਸੇਵਾ ਕਰਦਾ ਰਿਹਾ। ਹੁਣ ਆ ਜਾਂਦੇ ਨੇ ਇਹਨਾਂ ਦੇ ਤੀਸਰੇ ਭਰਾ ਜਿਹੜੇ ਨੇ ਹੀਰਾ ਮਲ ਜੀ, ਜਿਨ੍ਹਾਂ ਨੂੰ ਕੁਝ ਇਤਿਹਾਸਕ ਸਰੋਤਾਂ ਦੇ ਵਿੱਚ ਹੀਰਾ ਨੰਦ ਜੀ ਦੇ ਨਾਮ ਦੇ ਨਾਲ ਵੀ ਅਸੀਂ ਜਾਣਦੇ ਹਾਂ। ਸੋ ਜਿਹੜੇ ਹੀਰਾ ਮਲ ਜੀ ਨੇ, ਉਹਨਾਂ ਦੇ ਅੱਗੋਂ 3 ਬੇਟੇ ਨੇ, ਸਤੀਦਾਸ ਜੀ, ਜਤੀਦਾਸ ਜੀ ਔਰ ਮਤੀਦਾਸ ਜੀ। ਜਿਹੜੇ 2 ਸ਼ਹੀਦ ਹੁੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ, ਉਹ ਬਾਬਾ ਸਤੀਦਾਸ ਜੀ ਤੇ ਬਾਬਾ ਮਤੀਦਾਸ ਜੀ। ਤੇ ਬਾਬਾ ਮਤੀਦਾਸ ਜੀ ਜਿਹੜੇ ਨੇ, ਜਦੋਂ ਉਹਨਾਂ ਦੀ ਸ਼ਹਾਦਤ ਹੁੰਦੀ ਹੈ, ਤੇ ਉਹਨਾਂ ਦੇ ਵੀ ਅੱਗੋਂ 2 ਪੁੱਤਰ ਜਿਹੜੇ ਨੇ, ਉਹ ਖੰਡੇ ਬਾਟੇ ਦੀ ਪਾਹੁਲ ਲੈ ਕੇ ਸਿੰਘ ਸੱਜੇ ਹੋਏ ਨੇ, ਬਾਬਾ ਸਾਹਿਬ ਸਿੰਘ ਜੀ ਤੇ ਭਾਈ ਮੁਕੰਦ ਸਿੰਘ ਜੀ। ਸੋ ਹੁਣ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜੇ ਲੋਕ ਅੱਜ ਵੀ ਗੁਰੂ ਸਾਹਿਬਾਨ ਦੇ ਇਹਨਾਂ ਮਹਾਨ ਸਿੱਖਾਂ ਦੇ ਨਾਲ, ਇਹਨਾਂ ਸ਼ਹੀਦਾਂ ਦੇ ਨਾਲ, ਸ਼੍ਰੀ ਗੁਰੂ ਮਤੀਦਾਸ ਸ਼ਰਮਾ, ਸ਼੍ਰੀ ਗੁਰੂ ਸਤੀਦਾਸ ਸ਼ਰਮਾ, ਇਵੇਂ ਦੇ ਸ਼ਬਦ ਲਾ ਕੇ ਜਦੋਂ ਇਹਨਾਂ ਨੂੰ ਸਿੱਖ ਪਰੰਪਰਾਵਾਂ ਤੋਂ ਲਾਂਭੇ ਕਰਕੇ ਫਿਰ ਬ੍ਰਾਹਮਣਵਾਦੀ ਪਰੰਪਰਾਵਾਂ ਦੇ ਵਿੱਚ ਲਿਜਾਣਾ ਚਾਹੁੰਦੇ ਨੇ, ਤਾਂ ਕਿਤੇ ਨਾ ਕਿਤੇ ਇਹ ਕਹਿ ਸਕਦੇ ਕਿ ਸਾਡੀ ਜ਼ਿੰਮੇਵਾਰੀ ਵੀ ਬਣ ਸਕਦੀ ਹੈ, ਜਾਂ ਸਾਨੂੰ ਕਿਤੇ ਨਾ ਕਿਤੇ ਭੂਮਿਕਾ ਨਿਭਾਉਣੀ ਵੀ ਚਾਹੀਦੀ ਹੈ ਕਿ ਅਸੀਂ ਆਪਣੀ ਇਤਿਹਾਸ ਦੇ ਸਹੀ ਸਰੋਤ ਜਿਹੜੇ ਨੇ ਉਹ ਸੰਗਤ ਦੇ ਵਿੱਚ ਲਿਜਾ ਸਕੀਏ। ਵੈਸੇ ਤਾਂ ਅੱਜ ਤੋਂ 20 ਸਾਲ ਪਹਿਲਾਂ ਜਦੋਂ ਇਹ ਗੱਲ ਸ਼ੁਰੂ ਹੋਈ ਸੀ, ਮੈਂ ਇਸ ਦਾ ਉਦੋਂ ਜਵਾਬ ਹੀ ਦੇ ਦਿੱਤਾ ਸੀ, ਤੇ ਉਸ ਤੋਂ ਬਾਅਦ ਇਹਦੇ ਉੱਪਰ ਪੂਰਾ ਮੇਰਾ ਇੱਕ ਲੇਖ ਜਿਹੜਾ ਸੀਗਾ, ਮੇਰੀ ਕਿਤਾਬ ਤੱਬੇ ਰੋਜ਼ ਚਾਗੇ, ਉਹਦੇ ਵਿੱਚ ਛਪਿਆ ਹੋਇਆ। ਪਰ ਫਿਰ ਅੱਜ ਸੰਗਤ ਦੇ ਨਾਲ ਇਹ ਵਿਚਾਰ ਇਸ ਕਰਕੇ ਕਰਨੇ ਸ਼ੁਰੂ ਜ਼ਰੂਰੀ ਹੋ ਗਏ ਸੀਗੇ, ਕਿਉਂਕਿ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਵਿੱਚ, ਗਰੁੱਪਾਂ ਦੇ ਵਿੱਚ ਜਿਉਂ-ਜਿਉਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਪ੍ਰਗਟ ਦਿਵਸ ਮਨਾ ਰਹੇ ਹਾਂ, ਤਿਵੇਂ ਹੀ ਕੁਝ ਪੰਥ ਵਿਰੋਧੀ ਤੇ ਪੰਥ ਦੋਖੀ ਲੋਕ ਜਿਹੜੇ ਨੇ, ਉਹ ਇਵੇਂ ਦੀਆਂ ਲਿਖਤਾਂ ਉਹਨਾਂ ਗਰੁੱਪਾਂ ਦੇ ਵਿੱਚ ਸ਼ੇਅਰ ਕਰਦੇ ਨੇ, ਤੇ ਕਿਤੇ ਨਾ ਕਿਤੇ ਜਿਸ ਦੇ ਨਾਲ ਸਿੱਖ ਬੱਚੇ ਬੱਚੀਆਂ ਦੀਆਂ ਜਿਹੜੀਆਂ ਮਾਨਸਿਕ ਭਾਵਨਾਵਾਂ ਨੇ ਉਹ ਉਤੇਜਿਤ ਹੁੰਦੀਆਂ ਨੇ, ਭੜਕਦੀਆਂ ਨੇ। ਤਾਂ ਉਹਦੇ ਕਰਕੇ ਫਿਰ ਉਹਨਾਂ ਦੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਜ਼ਰੀਏ ਦੇ ਰਾਹੀਂ ਸੁਨੇਹੇ ਆ ਜਾਂਦੇ ਨੇ ਕਿ ਇਸ ਦੇ ਗੱਲ ਦੇ ਪਿੱਛੇ ਇਤਿਹਾਸਕ ਪਿਛੋਕੜ ਕੀ ਹੈ, ਉਹ ਸਾਡੇ ਨਾਲ ਸਾਂਝਾ ਕਰ ਦਿੱਤਾ ਜਾਵੇ। ਸੋ ਇਹ ਮੈਂ ਕੇਵਲ ਤੇ ਕੇਵਲ ਕੋਈ ਬਹੁਤ ਜ਼ਿਆਦਾ ਇਤਿਹਾਸਕ ਵਿਸਥਾਰ ਦੇ ਵਿੱਚ ਨਹੀਂ ਗਿਆ, ਬਲਕਿ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਈ ਮਤੀਦਾਸ ਤੇ ਭਾਈ ਸਤੀਦਾਸ ਦਾ ਪਰਿਵਾਰ ਸ਼ਰਮੇ ਨਹੀਂ ਸਨ। ਭਾਈ ਮਤੀਦਾਸ ਤੇ ਸਤੀਦਾਸ ਜੀ ਦਾ ਪਰਿਵਾਰ ਜਿਹੜਾ ਤਕਰੀਬਨ 1510 ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਸਮੇਂ ਜਿਹੜਾ ਉਹ ਸਿੱਖ ਧਰਮ ਦੇ ਵਿੱਚ ਆ ਚੁੱਕਾ ਸੀ। ਪਹਿਲਾਂ ਬਾਬਾ ਗੌਤਮ ਜੀ ਸ਼ਹੀਦ ਹੋਏ, ਫਿਰ ਉਹਨਾਂ ਦੇ ਪੁੱਤਰ ਬਾਬਾ ਪ੍ਰਾਗਾ ਜੀ ਸ਼ਹੀਦ ਹੋਏ। ਪ੍ਰਾਗਾ ਜੀ ਦੇ ਪੁੱਤਰ ਦਵਾਰਕਾ ਜੀ, ਦਵਾਰਕਾ ਜੀ ਦੇ ਪੁੱਤਰ ਜਿਹੜੇ ਨੇ ਦਰਗਾਹ ਮਲ ਜੀ, ਦਰਗਾਹ ਮਲ ਜੀ ਦੇ ਪੁੱਤਰ ਹੀਰਾ ਮਲ ਜੀ, ਤੇ ਹੀਰਾ ਮਲ ਜੀ ਦੇ ਅੱਗੋਂ ਫਿਰ ਜਿਹੜੇ 2 ਪੁੱਤਰ ਨੇ ਸਤੀਦਾਸ ਤੇ ਮਤੀਦਾਸ, ਜਿਨ੍ਹਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ, ਪਿਆਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।